ਵਾਚਾ ਕਰ ਸਿਮਰੰਥ ਤੁਝ, ਤਿਨ ਦੁਖ ਦਰਿਦਰ ਮਿਟਿਉ ਜੂਖਿਣ। ਕਰਮ ਕਰਤ ਤੋਇ ਦਰਸ ਪਰਸ ਪਾਰਸ ਸਾਰਾ। ਬਾਲਵ ਭਟ ਜਸ ਗਾਇਓ, ਧੰਨ ਧੰਨ ਸ੍ਰੀ ਗੁਰੂ ਰਾਮਦਾਸ। ਜਯੁ ਜੈ ਜਗ ਮਹਿ, ਤਹਰ ਪਰਮ ਪਦ ਪਾਇਓ। ਧਨਾਸਰੀ ਮਹਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੋ ਜਾਨੀ। ਤਿਨਹਿ ਸੁਣਿਆ ਦੁਖ ਸੁਖ ਮੀਰਾ, ਤੋ ਬਿਦ ਨੀਕੀ ਖਟਾਨੀ। ਜਿਹ ਕੇ ਏਕ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੀ। ਤਿਨ ਤਲ ਨਹੀਂ ਕੀਮਤ ਜਾਨੀ। ਰਾਉ ਅੰਮ੍ਰਿਤ ਨਾਮ ਨਿਰਮੂਲਕ ਹੀਰਾ, ਗੁਰ ਦੀਨੋ ਮੰਤਾਨੀ। ਡਿਗੈ ਨਾ ਡੁਲੈ ਦ੍ਰਿੜ ਕਰ ਰਹਿਉ, ਪੂਰਨ ਹੋਈ ਤ੍ਰਿਪਤਾਨੀ। ਉਏ ਜੁ ਬੀਚ ਹਮ ਤੁਮ ਕਛ ਹੂਤੀ, ਤਿਨ ਕੀ ਬਾਤ ਬਿਲਾਨੀ। अलंकार मिल थैली हुई है, तांती कनक बखानी। परगट्यु जोत सहज सुख सुबा, बाजै अनहत वाणी। कहो नानक ने चल कर बांधियु, गुर कीयु बंधानी। परगट्यु जोता सहज सुख सुबा, वाजी अनहत वाणी। कहो नानक निश्चल कर बांधियु, गुर कीयु बंधानी। परम सन्मानयोग जुगु जुगी अटल शब्द अवतार बाणी की बोहित ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਘੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤ ਬਾਬਾ ਟਹਿਲਦਾ ਇਸਲੇਮ ਟਾਬਰੀ ਲੁਧਿਆਣਾ ਸਤ ਸੰਗਤ ਦੀਆਂ ਘੜੀਆਂ ਨੂੰ ਸਫਲ ਕਰਦੇ ਹੋਏ ਸਦ ਬਲਿਹਾਰੀ ਤਿੰਨਾਂ ਦੇ ਸੁਣਤੇ ਹਰ ਕਥਾ ਪੂਰੀ ਤੇ ਪ੍ਰਧਾਮ ਨਿਭਾਵੈ ਪ੍ਰਭ ਮੱਥਾ। ਸਤਿਗੁਰ ਦੇ ਚਰਨਾਂ ਦੇ ਅੰਦਰ ਵਿਰਾਜਮਾਨ ਸਾਹਿਬ ਦੀ ਸਾਦੀ ਤੇ ਨਿਵਾਜੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਸਾਧ ਸੰਗਤ ਜੀ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੇ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਧਨਾਸਰੀ ਅਤੇ ਅੰਗ 671 ਤੇ ਸੁਭਾਈਮਾਨ ਹੈ। ਸਾਹਿਬ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਰਹਿਮਤਾਂ ਦੇ ਮੁਜੱਸਮ, ਪ੍ਰਤੱਖ ਹਰ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਬ੍ਰਹਮ ਗਿਆਨੀ। ਸਾਹਿਬ ਸਤਿਗੁਰੂ ਅਰਜਨ ਦੇਵ ਜੀ 95ਵੇਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ
ਰਹਾਉ ਦੀ ਬਚਨਾਂ ਅੰਦਰ ਬਚਨ ਕਰਦੇ ਨੇ, ਅਵਰ ਜਤਨ ਕਰ ਰਹੇ ਬਹੁ ਤੇਰੇ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਦੀ ਬਚਨਾਂ ਅੰਦਰ ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਗੁਰੂ ਸ਼ਬਦ ਦੀ ਮਹਿਮਾ, ਸਤਿਗੁਰੂ ਦੀ ਮਿਹਰਾਮਤ ਦੀ ਮਹਿਮਾ, ਸਤਿਗੁਰੂ ਦੀ ਕਿਰਪਾ ਦੀ ਮਹਿਮਾ ਬਖਸ਼ ਕਰਦੇ ਹੋਏ ਬਚਨ ਕਰਦੇ ਨੇ, ਅਵਰ ਜਤਨ ਕਰ ਰਹੇ ਬਹੁ ਤੇਰੇ। ਇੱਕ ਨਾਮ ਸਿਮਰਨ ਤੋਂ ਬਿਨਾਂ, ਸਤਿਗੁਰੂ ਦੀ ਆਸ਼ੀਰਵਾਦ ਤੋਂ ਬਿਨਾਂ ਬੜੀ ਦੁਨੀਆ ਯਤਨ ਕਰਦੀ, ਪਰ ਉਹਨਾਂ ਨੇ ਬੜੀ ਯਤਨ ਕੀਤੇ ਨੇ, ਪਰ ਇੱਕ ਤਿਲ ਮਾਤਰ ਵੀ ਪਰਮ ਪਿਤਾ ਪਰਮੇਸ਼ਰ ਦੀ ਮਹਿਮਾ ਨੂੰ ਜਾਣ ਨਹੀਂ ਸਕੇ ਹਨ। ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕਾਂ, ਤੂੰ ਠਾਕਰ ਊਚ ਭਗਵਾਨਾ। ਸਾਧ ਸੰਗਤ ਦੀ ਪਾਤਸ਼ਾਹ ਦੇ ਬਚਨ ਹਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਪਰਮੇਸ਼ਰ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਕਥਨ ਕਰੀਏ, ਕਹਿ ਨਹੀਂ ਜਾ ਸਕਦੇ। ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਤੇ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਖਜ਼ਾਨਾ ਹੈ, ਤੁਮਰੇ ਮਹਿਮਾ ਵਰਣ ਨਾ ਸਾਕੋ। ਹੀ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਤੇਰੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਹੀ ਪਰਮੇਸ਼ਰ ਪਰਮ ਪਿਤਾ ਪਰਮਾਤਮਾ ਤੂੰ ਉੱਚਿਆਂ ਤੋਂ ਉੱਚਾ, ਸੁੱਚਿਆਂ ਤੋਂ ਸੁੱਚਾ, ਰਹਿਮਤਾਂ ਦਾ ਖਜ਼ਾਨਾ, ਮਿਹਰਾਂ ਦਾ ਸਮੁੰਦਰ ਹੈ। ਇਸ ਲਈ ਤੁਮਰੀ ਮਹਿਮਾ ਕਹਿ ਨਹੀਂ ਸਕਦੀ। ਸਤਿਗੁਰ ਦੀ ਮਹਿਮਾ ਤੋਂ ਬਿਨਾਂ, ਸਤਿਗੁਰ ਦੀ ਆਸ਼ੀਰਵਾਦ ਤੋਂ ਬਿਨਾਂ, ਸਤਿਗੁਰ ਦੀ ਕਿਰਪਾ ਤੋਂ ਬਿਨਾਂ ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ। ਬੜੇ ਯਤਨ ਕਰਕੇ ਦੇਖੇ ਨੇ, ਪਰ ਤਿਲ ਜਿੰਨੇ ਵੀ ਪਰਮਾਤਮਾ ਤੇਰੀ ਕੀਮਤ ਜਾਣ ਨਹੀਂ ਸਕੇ। ਇਸ ਲਈ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਹਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਸ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਪ੍ਰਭੂ ਦਾ ਇਹ ਤਨ ਦਿੱਤਾ ਹੋਇਆ ਏ, ਸਰੀਰ ਬਖਸ਼ਿਆ ਹੋਇਆ ਏ, ਮਨ ਵੀ ਉਸੇ ਦੀ ਦਾਤ ਹੈ, ਉਸੇ ਦੀ ਮਿਹਰ ਹੈ। ਧਨ ਸਭ ਤਿਸ ਕਾ, ਧਨ ਵੀ ਉਸੇ ਪਰਮ ਪਿਤਾ ਪਰਮੇਸ਼ਰ ਦੀ ਰਹਿਮਤ ਹੈ, ਉਸੇ ਦੀ ਕਿਰਪਾ ਹੈ। ਤਨ ਮਨ ਧਨ ਸਭ ਤਿਸ ਕਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਗੜ ਸੋ ਜਾਨੀ, ਉਹੀ ਪਰਮ ਪਿਤਾ ਪਰਮੇਸ਼ਰ ਸੋਹਣੇ ਸੰਸਾਰ ਨੂੰ ਸਾਜਣ ਵਾਲਾ, ਨਿਵਾਜਣ ਵਾਲਾ, ਘੜਨ ਵਾਲਾ, ਸਵਾਰਨ ਵਾਲਾ, ਸਿਆਣਾ ਚਤੁਰ ਸੁਜਾਨ ਪੁਰਖ ਪਰਮ ਪਿਤਾ ਪਰਮਾਤਮਾ ਪ੍ਰਭੂ ਪਰਮੇਸ਼ਰ ਆਪ ਹੈ। ਇਸ ਲਈ ਪਾਤਸ਼ਾਹ ਤੇ ਬਚਨ ਕਰਦੇ ਨੇ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ। ਪਾਤਸ਼ਾਹ ਨੇ ਨਿਰਣਾ ਦੇ ਦਿੱਤਾ, ਕਹਿੰਦੇ ਪਰਮੇਸ਼ਰ ਬਹੁਤਾ ਕੀ ਕਹਿ ਲੈਣਾ ਹੈ, ਤੇਰੀ ਮਿਹਰ ਸਦਕਾ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਸਰੀਰ ਪ੍ਰਾਪਤ ਹੋਇਆ ਹੈ। ਤੇ ਹੁਣ ਦੇਹੋ ਦਰ ਸਹਾਰ ਰਾਇਆ, ਹੁਣ ਆਪਣਾ ਮੀਰ ਭਰਾ ਦੀਦਾਰ ਬਖਸ਼ ਕੇ ਬ੍ਰਹਮ ਗਿਆਨ ਬਖਸ਼ਿਸ਼ ਕਰੋ, ਤਾਂ ਕਿ ਜੀਵਨ ਦੇ ਅੰਦਰ ਸਫਲ ਹੋ ਸਕੇ। ਇਸ ਲਈ ਤਨ ਮਨ ਧਨ ਸਭ ਤਿਸ ਕਾ, ਜਿਸ ਕਾ ਤਨ ਮਨ, ਜਿਸ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਦਾ ਤਨ ਤੇ ਮਨ ਬਖਸ਼ਿਆ ਹੋਇਆ, ਦਿੱਤਾ ਹੋਇਆ ਹੈ। ਧਨ ਸਭ ਤਿਸ ਕਾ, ਧਨ ਵੀ ਉਸੇ ਦੀ ਮਿਹਰ ਹੈ। ਸੋਈ ਸੁਗੜ ਸੋ ਜਾਨੀ, ਉਹੀ ਸੱਜਣ ਪਰਮ ਪਿਤਾ ਪਰਮੇਸ਼ਰ ਸੋਹਣਾ, ਸੁਗੜ, ਸਿਆਣਾ, ਚਤੁਰ ਸੁਜਾਨ ਹੈ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦਨੀ ਕੀ ਖਟਾਨੀ। ਉਸੇ ਪਰਮ ਪਿਤਾ ਪਰਮੇਸ਼ਰ ਨੇ, ਪਰਮ ਪਿਤਾ ਪਰਮਾਤਮਾ ਨੇ ਮੇਰਾ ਦੁੱਖ ਤੇ ਸੁਖ ਸੁਣਨਾ ਕੀਤਾ ਹੈ। ਕਿਉਂਕਿ ਸੰਸਾਰ ਦੇ ਅੰਦਰ ਤੇ ਜਿਸ ਪੈ ਖੋਲੋਂ ਗਠੜੀ ਸੋਈ ਦੁੱਖ ਭਰਿਆ। ਸੰਸਾਰ ਦੇ ਅੰਦਰ ਹੀ ਭਾਈ ਭੈਣ ਭਰਾ ਸੰਬੰਧੀ ਮਿੱਤਰ ਦੋਸਤ ਜਿਸ ਦੇ ਸਾਹਮਣੇ ਕਿਤੇ ਦੁੱਖ ਦੀ ਗੱਲ ਕਰਦੇ ਹਾਂ, ਉਹ ਤੇ ਸੁਣਦਾ ਬਾਅਦ ਵਿੱਚ ਪਹਿਲਾਂ ਆਪਣੇ ਦੁੱਖ ਦੀਆਂ ਪੰਡਾਂ ਖੋਲ ਦਿੰਦਾ। ਇਸ ਲਈ ਪਰਮੇਸ਼ਰ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ,
ਤੋ ਬਿਦਨੀ ਕੀ ਖਾਟਾਨੀ। ਪਰਮੇਸ਼ਰ ਤੁਸੀਂ ਹੀ ਮੇਰਾ ਦੁੱਖ ਸੁੱਖ ਸਮਝਣਾ ਕੀਤਾ, ਇਹ ਸੁਣਿਆ ਹੀ। ਤੋ ਬਿਦਨੀ ਕੀ ਕਟਾਨੀ, ਤਾਂ ਹੀ ਪਰਮੇਸ਼ਰ ਚੰਗਾ ਤਰੀਕਾ, ਢੰਗ ਤਰੀਕਾ, ਮਰਜ਼ਾਦਾ, ਵਿਧੀ ਪ੍ਰਾਪਤ ਹੋਈ ਇਹ ਦੁੱਖਾਂ ਤੋਂ ਨਿਵਰਤ ਹੋਣ ਦੀ। ਪਰਮੇਸ਼ਰ ਦੁੱਖਾਂ ਦੇ ਨਾਲ ਮੁਕਾਬਲਾ ਕਰਨ ਦੀ ਤੁਸੀਂ ਬਲ ਦਿੱਤਾ, ਇਹ ਤਾਕਤ ਬਖਸ਼ੀ, ਪਾਵਰ ਦਿੱਤੀ ਹੈ। ਤੋ ਬਿਦਨੀ ਕੀ ਕਟਾਨੀ, ਤਾਈਓ ਚੰਗੀ ਮਰਜ਼ਾਦਾ, ਤੰਗੀ ਨੀਤੀ ਪ੍ਰਾਪਤ ਹੋਈ, ਸਮਝ ਪ੍ਰਾਪਤ ਹੋਈ। ਇਸ ਨੂੰ ਪਾਤਸ਼ਾਹ ਬਚਨ ਕਰਦੇ ਨੇ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦਨੀ ਕੀ ਖਟਾਨੀ। ਜੀ ਕੀ ਏਕਾ ਹੀ ਪੈਮਾਨੀ। ਸਾਹਿਬ ਬਚਨ ਕਰਦੇ ਨੇ, ਕਹਿੰਦੇ ਮੈਂ ਦਿਲ ਤੋਂ, ਇੱਕ ਹਿਰਦੇ ਤੋਂ ਬਚਨ ਕਹਿਣ ਲੱਗਿਆ ਹੈ ਕਿ ਜੀਵ ਦੀ ਬੇਨਤੀ ਇੱਕ ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਵਿੱਚ ਹੀ ਮੰਨੀ ਜਾਂਦੀ ਹੈ। ਜੇ ਕਿ ਏਕਾ ਹੀ ਪੈਮਾਨੀ, ਅਵਰ ਜਤਨ ਕਰ ਰਹਿ ਬਹੁ ਤੇਰੇ। ਪਰਮੇਸ਼ਰ ਤੈਨੂੰ ਛੱਡ ਕੇ, ਭੁਲਾ ਕਰਕੇ ਬੜੀ ਦੁਨੀਆ ਵਹਿਮਾਂ ਵਿੱਚ ਪਈ, ਆਪਣੀ ਤਾਕਤ, ਆਪਣੀ ਬਲ, ਆਪਣੀ ਸ਼ਕਤੀ ਲਗਾ ਰਹੀ ਹੈ। ਪਰ ਜਦੋਂ ਹਾਰ ਜਾਂਦਾ ਇਹ ਬੰਦਾ, ਹੇ ਪਰਮੇਸ਼ਰ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਇਸ ਲਈ ਅਵਰ ਜਤਨ ਕਰ ਰਹਿ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਤੇਰੀ ਮਹਿਮਾ, ਤੇਰੀ ਪਾਵਰ, ਤੇਰੀ ਸ਼ਕਤੀ ਨੂੰ ਇੱਕ ਤਿਲ ਮਾਤਰ ਵੀ ਨਹੀਂ ਜਾਣ ਸਕੇ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਮਿਹਰ ਤੋਂ ਬਿਨਾਂ। ਇਸ ਲਈ ਫਿਰ ਪਰਮੇਸ਼ਰ ਜਦੋਂ ਤੇਰੀ ਮਿਹਰ ਹੁੰਦੀ ਹੈ, ਅੰਮ੍ਰਿਤ ਨਾਮ ਨਿਰਮੂਲਕ ਹੀਰਾ, ਗੁਰ ਦੀਨੋ ਮੰਤਾਨੀ। ਸਤਿਗੁਰੂ ਜੀ ਤੁਸੀਂ ਮਿਹਰ ਕੀਤੀ ਏ, ਨਾਮ ਰੂਪੀ ਅਮੋਲਕ ਰਤਨ ਸ਼ਬਦ ਬਖਸ਼ਿਆ ਏ। ਨਾਮ ਰਤਨ ਨਿਰਮੂਲਕ ਹੀਰਾ, ਗੁਰ ਦੀਨੋ ਮੰਤਾਨੀ। ਨਾਮ ਰੂਪੀ ਅੰਮ੍ਰਿਤ ਅਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਸਤਿਗੁਰਾਂ ਨੇ ਨਾਮ ਮੰਤਰ, ਸਤਨਾਮ ਮੰਤਰ ਬਖਸ਼ਿਆ ਹੈ। ਇਸੇ ਲਈ ਪਾਤਸ਼ਾਹ ਕਹਿੰਦੇ ਨੇ, ਸਤਨਾਮ ਸਦਾ ਸੁਖਦਾਈ। ਇਸੇ ਲਈ ਸਾਹਿਬ ਬਚਨ ਕਰਦੇ ਨੇ, ਕਲ ਤਾਰਨ ਗੁਰ ਨਾਨਕ ਆਇਆ, ਸਤਨਾਮ ਪੜ ਮੰਤਰ ਸੁਣਾਇਆ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਇਸ ਲਈ ਅੰਮ੍ਰਿਤ ਨਾਮ ਨਿਰਮੂਲ ਹੀਰਾ, ਗੁਰ ਦੀਨੋ ਮੰਤਾਨੀ। ਸਤਿਗੁਰਾਂ ਨੇ ਨਾਮ ਰੂਪੀ ਅੰਮ੍ਰਿਤ ਅਮੋਲਕ ਹੀਰਾ ਸ਼ਬਦ ਦਿੱਤਾ ਹੈ, ਮੰਤਰ ਦਿੱਤਾ ਹੈ, ਜਿਸ ਦੇ ਸਦਕਾ ਇਹ ਪਰਮੇਸ਼ਰ ਮਨ ਤੇਰੇ ਚਰਨਾਂ ਵਿੱਚ ਇੱਕ ਟਿਕ ਟਿਕ ਗਿਆ ਹੈ, ਲਿਵ ਲੱਗੀ ਹੈ। ਤੇਰੀ ਰਹਿਮਤ, ਤੇਰੀ ਉਪਦੇਸ਼ ਨੂੰ, ਤੇਰੀ ਗੁਣਾਂ ਨੂੰ ਹਿਰਦੇ ਅੰਦਰ ਵਸਾਉਣਾ ਕੀਤਾ ਹੈ, ਨਿਭਾਉਣਾ ਕੀਤਾ ਹੈ, ਸਮਝਣਾ ਕੀਤਾ ਹੈ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਅੰਮ੍ਰਿਤ ਨਾਮ ਨਿਰਮੂਲਕ ਹੀਰਾ, ਗੁਰ ਦੀਨੋ ਮੰਤਾਨੀ। ਡਿੱਗੈ ਨੰਡੂਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਉਹੀ ਮਨ ਜਿਹੜਾ ਕੁਮਾਰਗਾਂ ਵੱਲ, ਰਸਾਂ ਕਸਾਂ ਵੱਲ, ਵਿਕਾਰਾਂ ਵੱਲ ਭੱਜਿਆ ਹੀ ਜਾਂਦਾ ਸੀ। ਤੇ ਹੁਣ ਪਰਮੇਸ਼ਰ ਜਦੋਂ ਦਾ ਤੁਸੀਂ ਨਾਮ ਰੂਪੀ ਅੰਮ੍ਰਿਤ ਮੰਤਰ ਦਿੱਤਾ ਹੈ ਨਾ, ਮਨ ਕੁਮਾਰਗਾਂ ਵੱਲ ਡੋਲਦਾ ਨਹੀਂ, ਵਿਕਾਰਾਂ ਵੱਲ ਡਿੱਗਦਾ ਨਹੀਂ। ਡਿੱਗਿਆ ਨਾ ਡੁੱਲੇ ਦ੍ਰਿੜ ਕਰ ਰਹਿਓ। ਹੁਣ ਤੇ ਪਰਮੇਸ਼ਰ ਤੇਰੇ ਚਰਨਾਂ ਦੇ ਵਿਸ਼ਵਾਸ ਦੇ ਅੰਦਰ ਇੱਕ ਟਿਕ, ਸਵਾਸ ਸਵਾਸ ਸਤਨਾਮ ਵਾਹਿਗੁਰੂ, ਤੇਰੀ ਮਿਹਰ ਹੋਈ। ਡਿੱਗਿਆ ਨਾ ਡੁੱਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਪੂਰਨ ਰਸ ਦੇ ਨਾਲ ਰੱਡ ਗਿਆ ਏ, ਪੂਰਨ ਹੋਈ ਤ੍ਰਿਪਤਾਨੀ। ਓਏ ਜੁਬੀਤ ਹਮ ਤੁਮ ਕੱਛ ਹੋਤੇ। ਉਹ ਜਿਹੜੇ ਪਹਿਲਾਂ ਹਿਰਦੇ ਦੇ ਅੰਦਰ ਮੇਰ ਤੇਰ ਪੈਦਾ ਕਰਨ ਵਾਲੇ ਹਉਮੈ ਸੀ, ਮੈਂ ਮੇਰੀ ਦਾ ਅਹੰਕਾਰ ਸੀ, ਮੈਰ ਤੇਰ ਸੀ, ਹਉਮੈ ਹੰਗਤਾ ਮਮਤਾ ਸੀ। ਓਏ ਜੁਬੀਤ ਹਮ ਤੁਮ ਕੱਛ ਹੋਤੇ, ਜਿਹੜੇ ਵਿੱਚ ਵਿਘਨ ਪਾਉਂਦੇ ਸਨ, ਰੁਕਾਵਟ ਬਣਦੇ ਸਨ। ਤਿੰਨ ਕੀ ਬਾਤ ਬਿਲਾਨੀ, ਉਹਨਾਂ ਦੀ ਤੇ ਗੱਲ ਹੀ ਖਤਮ ਹੋ ਗਈ, ਬਿਲੇ ਹੀ ਲੱਗ ਗਈ। ਇਸ ਲਈ ਪਰਮੇਸ਼ਰ ਅੰਮ੍ਰਿਤ ਨਾਮ ਨਿਰਮੂਲਕ ਹੀਰਾ, ਗੁਰ ਦੀਨੋ ਮੰਤਾਨੀ। ਡਿੱਗਿਆ ਨਾ ਡੁੱਲਾ ਦ੍ਰਿੜ ਕਰ ਰਹਿਓ, ਪੂਰਨ ਹੋਈ ਤ੍ਰਿਪਤਾਨੀ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ। ਹੁਣ ਤੇ ਇਹ ਹਾਲਤ ਹੈ ਜਿਵੇਂ ਸੁਨਿਆਰ
ਅਨੇਕਾਂ ਗਹਿਣਿਆਂ ਨੂੰ ਇਕੱਠੀ ਕਰਕੇ ਕੋਠਾਲੀ ਵਿੱਚ ਪਾ ਕੇ ਢਾਲ ਲੈਂਦਾ ਏ, ਫਿਰ ਉਹਨਾਂ ਨੂੰ ਸੋਨਾ ਹੀ ਆਖੀਦਾ ਏ। ਇਵੇਂ ਹੁਣ ਪਰਮੇਸ਼ਰ ਜੈਂਡਾ ਪੇਖੋਂ ਤੈਂ ਹਜੂਰ ਦੂਰ ਕਤੋਂ ਨਾ ਡਾਏ ਰਵ ਰਹਾ ਸਰਵਤਰ ਮੈਂ। ਹੁਣ ਤੇ ਪਰਮੇਸ਼ਰ ਤੇਰੇ ਸ਼ਬਦ ਸਦਕਾ ਸਿਮਰਨ ਸਦਕਾ ਇਹ ਵਿਸ਼ਵਾਸ ਹੋ ਗਿਆ ਏ, ਗਿਆਨ ਹੋ ਗਿਆ ਏ ਕਿ ਪਰਮੇਸ਼ਰ ਜੋ ਦਿਸੈ ਸੋ ਤੇਰਾ ਰੂਪ ਪਾਰ ਬ੍ਰਹਮ ਪਰਮੇਸ਼ਰ ਆਨੂ। ਪਰਮੇਸ਼ਰ ਹੁਣ ਤੇ ਜਿੱਧਰ ਵੀ ਦੇਖਦੇ ਤੂੰ ਹੀ ਨਜ਼ਰ ਆਉਂਦਾ ਹੈ। ਇਸ ਲਈ ਪਰਮ ਪਿਤਾ ਪਰਮੇਸ਼ਰ ਡਿੱਗ ਨਾ ਡੁੱਲੈ ਦ੍ਰਿੜ ਕਰ ਰਹੀ ਪੂਰਨ ਹੋਈ ਤ੍ਰਿਪਤਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ। ਉਹੀ ਮਨ ਜਿਹੜਾ ਰਸਾਂ ਕਸਾਂ ਵਿੱਚ ਇੱਧਰ ਉੱਧਰ ਭੱਜਿਆ ਫਿਰਦਾ ਸੀ, ਪਦਾਰਥਾਂ ਵਿੱਚ ਰੁੱਝਿਆ ਸੀ, ਹੁਣ ਤੇ ਇਹ ਨੇਤਰੋ ਮੇਰਿਓ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਹੁਣ ਤੇ ਪਰਮੇਸ਼ਰ ਅੱਖਾਂ ਤੈਨੂੰ ਦੇਖਦੀਆਂ ਨੇ, ਕੰਨ ਤੇਰੀ ਮਹਿਮਾ ਸੁਣਦੇ ਨੇ, ਤੇ ਸੰਸਾਰ ਦੇ ਅੰਦਰੋਂ ਤੇਰੀ ਰਹਿਮਤ ਨੂੰ ਤੱਕਦੇ ਹਾਂ। ਇਸ ਲਈ ਹੀ ਪਰਮ ਪਿਤਾ ਪਰਮੇਸ਼ਰ ਡਿੱਗ ਨਾ ਡੁੱਲੈ ਦ੍ਰਿੜ ਕਰ ਰਹੀ ਪੂਰਨ ਹੋਈ ਤ੍ਰਿਪਤਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ। ਜਿਵੇਂ ਗਹਿਣਿਆਂ ਨੂੰ ਢਾਲ ਕੇ ਫਿਰ ਉਹਨੂੰ ਕੋਈ ਨਹੀਂ ਕਹਿੰਦਾ ਇਹ ਕੜਾ ਏ, ਇਹ ਮੁੰਦਰੀ ਏ, ਇਹ ਚੈਨ ਏ, ਹੁਣ ਤੇ ਕੇਵਲ ਸੋਨਾ ਹੀ ਆਖਿਆ ਜਾਂਦਾ। ਹੁਣ ਤੇ ਪਰਮੇਸ਼ਰ ਜੋ ਪ੍ਰਾਨੀ ਨਿਸ ਦਿਨ ਪੜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹੁਣ ਤੇ ਪਰਮੇਸ਼ਰ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੀ ਹਰ ਗੁਰ ਪੂਰਾ ਆਰਾਧਿਆਂ ਦਰਗਾ ਸੱਚ ਖਰੀ। ਜਿਨ੍ਹਾਂ ਨੇ ਪਰਮੇਸ਼ਰ ਤੇਰੇ ਨਾਮ ਸਿਮਰਿਆ ਏ, ਜਪਿਆ ਏ, ਸਵਾਸ ਹੁਣ ਤੇ ਦਰਗਾਹ ਦੇ ਅੰਦਰ ਸੁਰਖਰੂ ਨੇ। ਇਸ ਲਈ ਪ੍ਰਗਟਿਉ ਜੋਤ ਜੋਤੀ ਸਰੂਪ ਪਰਮੇਸ਼ਰ ਪ੍ਰਗਟ ਹੋ ਗਿਆ, ਪ੍ਰਕਾਸ਼ ਹੋ ਗਿਆ, ਗਿਆਨ ਦਾ ਪ੍ਰਕਾਸ਼। ਪ੍ਰਗਟਿਉ ਜੋਤ ਸਹਿਜ ਸੁਖ ਸੋਭਾ, ਸਹਿਜ ਅਵਸਥਾ ਦੇ ਅੰਦਰ ਪਰਮੇਸ਼ਰ ਪ੍ਰਗਟਿਉ ਜੋਤ ਸਹਿਜ ਸੁਖ ਸੋਭਾ, ਤੇ ਸੰਸਾਰ ਵਡਿਆਈ ਕਰਦਾ ਏ, ਸ਼ੋਭਾ ਕਰਦਾ ਏ। ਪਰਮੇਸ਼ਰ ਇਹ ਤੇਰੇ ਸ਼ਬਦ ਸਦਕਾ, ਤੇਰੀ ਮਿਹਰ ਸਦਕਾ, ਤੇਰੇ ਨਾਮ ਰੂਪੀ ਅੰਮ੍ਰਿਤ ਸਦਕਾ। ਪ੍ਰਗਟਿਉ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਣੀ। ਹੁਣ ਤੇ ਹਿਰਦੇ ਦੇ ਅੰਦਰੋਂ ਪਰਮੇਸ਼ਰ ਤੇਰੇ ਨਾਮ ਸਿਮਰਨ ਦੀ ਬਾਜੇ ਵੱਜਦੇ ਨੇ। ਇੱਕ ਟਿਕ ਸਵਾਸ ਸਵਾਸ ਤੇਰਾ ਸਿਮਰਨ ਚੱਲਦਾ ਹੈ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਕਰਦੇ ਨੇ, ਚਰਨ ਸਰਣ ਗੁਰ ਇੱਕ ਪਿੰਡ ਡਾਏ ਚੱਲ ਸਤਿਗੁਰ ਕੂਟ ਪਿੰਡ ਆਗੇ ਹੋਏ ਲੀਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੀਂ ਬਾਰੰਬਾਰ ਗੁਰ ਹੇਤ ਹੈ। ਹੁਣ ਤੇ ਪ੍ਰਗਟਿਉ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਣੀ ਕਹੋ ਨਾਨਕ ਨੇ ਚੱਲ ਕਰ ਵਾਂਦਿਓ। ਹੁਣ ਤੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ, ਇਹ ਪਰਮ ਪਿਤਾ ਪਰਮੇਸ਼ਰ ਹੁਣ ਸਰੂਪ ਘਰ ਦੇ ਅੰਦਰ ਟਿਕਾਣਾ ਮਿਲ ਗਿਆ, ਆਸਣ ਮਿਲ ਗਿਆ। ਕਹੋ ਨਾਨਕ ਨੇ ਚੱਲ ਕਰ ਵਾਂਦਿਓ ਗੁਰ ਕੀਓ ਬੰਦਾਨੀ। ਪਰ ਇਹ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਗੁਰੂ ਨੇ ਕੀਤੀ ਹੈ। ਇਸ ਲਈ ਸਾਧ ਸੰਗਤ ਜੀ, ਸਾਹਿਬ ਸਤਿਗੁਰੂ ਕਬੀਰ ਮਹਾਰਾਜ ਦੇ ਸ਼ਬਦ ਹਨ, ਸਰੀਰ ਸਰੂਵਰ ਭੀਤਰ ਆਛੈ ਕਮਲ ਅਨੂਪ। ਕਹਿੰਦੇ ਸਰੀਰ ਰੂਪੀ ਤਲਾਬ ਦੇ ਅੰਦਰ ਇੱਕ ਕਮਲ ਰੂਪੀ ਫੁੱਲ ਖਿੜਦਾ ਹੈ। ਸਰੀਰ ਸਰੂਵਰ ਭੀਤਰ ਹੈ, ਸਰੀਰ ਦੇ ਅੰਦਰ ਤਲਾਬ, ਹਿਰਦਾ ਹੀ ਉਹਦੇ ਅੰਦਰ ਇੱਕ ਕਮਲ ਖਿੜਦਾ ਹੈ। ਸਰੀਰ ਸਰੂਵਰ ਭੀਤਰ ਆਛੈ ਕਮਲ ਅਨੂਪ, ਸੁੰਦਰ ਸੋਹਣਾ ਜਿਹਦੇ ਵਰਗਾ ਕੋਈ ਹੋਈ ਨਹੀਂ। ਅਨੂਪ ਸਭ ਤੋਂ ਸੁੰਦਰ ਸੋਹਣਾ ਕਮਲ ਖਿੜਦਾ ਹੈ। ਸਰੀਰ ਸਰੂਵਰ ਭੀਤਰ ਆਛੈ ਕਮਲ ਅਨੂਪ ਪਰਮ ਜੋਤ ਪੁਰਖ ਉਤਮ। ਪਰਮੇਸ਼ਰ ਉਸ ਫੇ ਕਮਲ ਦੇ ਅੰਦਰ ਤੁਸੀਂ ਆਪਣੀ ਜੋਤ ਆਤਮਾ ਨੂੰ ਨਿਵਾਸ ਕਰਦੇ, ਜਿਹੜੀ ਪਰਮਾਤਮਾ ਦਾ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਸਰੀਰ ਸਰੂਵਰ ਭੀਤਰ ਆਛੈ ਕਮਲ ਅਨੂਪ ਪਰਮ ਜੋਤ ਪੁਰਖ ਉਤਮ ਜਾ ਕੈ ਰੇਖ ਨਾ ਰੂਪ। ਜਿਹਦਾ ਰੇਖ ਤੇ ਰੂਪ ਕਿਹਾ ਨਹੀਂ ਜਾ ਸਕਦਾ, ਜਿਸ ਨੂੰ ਪਾਤਸ਼ਾਹ ਕਹਿੰਦੇ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕਾਚੂ ਨਾਨਕ ਲਾਲੂ ਲਾਲ ਹੈ ਸੱਚੀ ਰਤਾ ਸੱਚ ਪਰਮ ਜੋਤ ਪੁਰਖ ਉਤਮ ਜਾ ਕੈ ਰੇਖ ਨਾ ਰੂ। ਫਿਰ ਕੀ ਕਰਨਾ ਕੀ ਹੈ? ਪਾਤਸ਼ਾਹ ਕਹਿੰਦੇ ਉਹੀ ਗੁਰੂ ਦਾ ਸ਼ਬਦ, ਰੇ ਮਨ ਹਰ ਭਜੂ। ਐ ਮਨਾ ਸਿਮਰ ਜਪ ਹਰ ਭਜੂ ਭਰਮ ਤਜੂ ਜਗ ਜੀਵਨ ਰਾਮ। ਭਰਮਾਂ ਨੂੰ ਸ਼ਾਂਕਿਆਂ ਨੂੰ ਤਿਆਗ ਕੇ
ਭੁਲਾ ਕਰਕੇ ਵਿਸਾਰ ਕਰਕੇ ਹਰ ਪੜੂ ਜਗ ਜੀਵਨ ਰਾਮ। ਜੀਵਨ ਦੇਣ ਵਾਲਾ ਉਹ ਕਣ ਕਣ ਵਿੱਚ ਰਮਿਆ ਹੋਇਆ ਪਰਮੇਸ਼ਰ ਆਪ ਹੈ। ਰੇ ਮਨ ਹਰ ਪੜੂ ਭਰਮ ਤਜੂ ਜਗ ਜੀਵਨ ਰਾਮ। ਆਵਤ ਕਛੂ ਨਾ ਦੀਸਈ ਨਾ ਦੀਸੈ ਜਾਤ। ਇਹ ਆਤਮਾ ਰੂਪੀ ਜੋਤ ਕਿਸੇ ਨੂੰ ਨਾ ਆਉਂਦੀ ਦਿਸੀ ਤੇ ਨਾ ਜਾਂਦੀ ਦਿਸੀ। ਜੈ ਉਪਜੈ ਬਿਨਸੈ ਤਹੀਂ, ਜਿੱਥੋਂ ਪ੍ਰਗਟ ਹੋਈਏ ਆਈ ਤੇ ਉੱਥੇ ਸਮਾ ਜਾਂਦੀ। ਜੈ ਉਪਜੈ ਬਿਨਸੈ ਤਹੀਂ ਜੈਸੇ ਪੁਰਵਣ ਪਾਤ। ਜੈਸੇ ਪ੍ਰੈਣ ਪਾਤ ਬੂਟੀ ਪਾਣੀ ਵਿੱਚੋਂ ਪੈਦਾ ਹੁੰਦੀ ਏ ਤੇ ਜਦੋਂ ਪਾਣੀ ਸੁੱਕ ਜਾਂਦਾ ਹੈ ਪਾਣੀ ਵਿੱਚ ਅਲੋਪ ਹੋ ਜਾਂਦੀ। ਇਵੇਂ ਹੀ ਇਹ ਆਤਮਾ ਰੂਪੀ ਜੋਤ ਜਿੱਥੋਂ ਆਈ ਉਹਦੇ ਵਿੱਚ ਸਮਾ ਜਾਂਦੀ, ਬਸ਼ਰਤੇ ਕਿ ਸਤਿਗੁਰ ਦੇ ਚਰਨਾਂ ਵਿੱਚ ਜੁੜ ਜਾਈਏ ਤੇ ਪਰਮਾਤਮਾ ਦਾ ਮਿਲਾਪ ਦੇ ਦਿੰਦੀ। ਉਸ ਨੂੰ ਪਾਤਸ਼ਾਹ ਕਹਿੰਦੇ ਨੇ ਜੈ ਉਪਜੈ ਬਿਨਸੈ ਤਹੀਂ ਜੈਸੇ ਪੁਰਵਨ ਪਾਤ। ਤੇ ਸਾਧ ਸੰਗਤ ਜੀ ਕਹਿ ਕਬੀਰ ਸੇਵਾ ਕਰੂ ਮਨ ਮੰਡ ਮੋਰਾ। ਮਨ ਰੂਪੀ ਸਰੋਵਰ ਦੇ ਅੰਦਰ ਪਰਮੇਸ਼ਰ ਪਰਮਾਤਮਾ ਹੈ। ਇਸ ਲਈ ਉਹਨੂੰ ਸਵਦੀਪ ਸੰਭਾਲਣਾ ਕਰੀਏ, ਜਪਣਾ ਕਰੀਏ। ਤੇ ਅੱਜ ਸਾਹਿਬ ਬਚਨ ਕਰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੂਈ ਸੁਗੜ ਸੋ ਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ। ਜੀ ਕੀ ਏਕਾਂ ਹੀ ਪੈਮਾਨੀ ਅਵਰ ਜਤਨ ਕਰ ਰਹਿ ਬਹੁਤ ਤੇਰੀ ਤਿਨ ਤਲ ਨਹੀਂ ਕੀਮਤ ਜਾਨੀ। ਗੁਰੂ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਬੜੀ ਦੁਨੀਆ ਤਰੀਕੇ ਢੰਗ ਵਰਦੀ ਹੈ, ਬੜੇ ਸਾਧਨਾ ਕਰਦੀ ਹੈ, ਪਰ ਕਿਸੇ ਨੇ ਤਿਲ ਮਾਤਰ ਵੀ ਕੀਮਤ ਨਹੀਂ ਜਾਣੀ। ਜਿਨ੍ਹਾਂ ਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਗਈ ਏ ਤੇ ਸਾਧ ਸੰਗਤ ਉਹਨਾਂ ਨੇ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਉਹਨਾਂ ਦੀ ਪ੍ਰੀਤ ਕੇਵਲ ਮਿਲਾਪ ਲਈ। ਭਾਵੇਂ ਲਗਾਉ ਮੁਹ ਕਰੋ ਬੇਨੰਤੀ ਕੋ ਸੰਤ ਮਿਲੇ ਬੜ ਭਾਗੀ। ਉਹ ਤੇ ਬੇਨਤੀਆਂ ਕਰਦੇ ਨੇ ਕੋਈ ਮਿਲ ਜਾਏ ਮਿਲਾਉਣ ਵਾਲਾ। ਮਨ ਅਰਪੋ ਤਨ ਰੱਖੋ ਆਗੇ ਮਨ ਕੀ ਮਤ ਮੂਹ ਸਗਲ ਤੇ ਆਗੀ। ਜੋ ਹਰ ਕੀ ਹਰ ਕਥਾ ਸੁਣਾਵੇ ਆਨੰਦਨ ਫਿਰੋਂ ਤਿਸ ਪਿਛੈ ਵੈਰਾਗੀ। पूर्व कर्म अंकुर जब पेटे पूर्व कर्म अंकुर जब प्रगटे पेटे पुरख रस कवैरागी। ਜਦੋਂ ਕੀਤੇ ਹੋਏ ਕਰਮ ਜਾਗਦੇ ਨੇ ਸੁੱਤੀ ਹੋਈ ਆਤਮਾ ਜਾਗਦੀ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਜੇ ਕੀਤੇ ਹੋਏ ਕਰਮ ਸਫਲ ਹੁੰਦੇ ਨੇ। ਪੇਟੇ ਪੁਰਖ ਰਸ ਕਵੈਰਾਗੀ ਫਿਰ ਪੂਰੰਗ ਸਤਿਗੁਰਾਂ ਦਾ ਮਿਲਾਪ ਹੁੰਦਾ ਹੈ, ਸਾਧੂਆਂ ਦਾ ਮਿਲਾਪ ਹੁੰਦਾ ਹੈ, ਸਚਿਆਰ ਪੁਰਖਾਂ ਦਾ ਮਿਲਾਪ ਹੁੰਦਾ। ਪਾਤਸ਼ਾਹ ਨੇ ਫਿਰ ਬਚਨ ਕਹਿਤਾ ਮਿਟਿਓ ਅੰਧੇਰ ਮਿਲਤ ਹਰ ਨਾਨਕ। ਅਗਿਆਨਤਾ ਰੂਪੀ ਹੰਧੀਰਾ ਮਿਲ ਜਾਂਦਾ ਏ। ਜਨਮ ਜਨਮ ਕੀ ਸੋਏ ਜਾਗੀ। ਜਨਮਾਂ ਜਨਮਾਂ ਦੀ ਸੁੱਤੀ ਹੋਈ ਜਿਹੜੀ ਸੁਰਤੀ ਏ ਆਤਮਾ ਫਿਰ ਜਾਗ ਪੈਂਦੀ। ਜਿਨ੍ਹਾਂ ਦੀ ਜਾਗੀ ਏ ਸਾਧ ਸੰਗਤ ਜੀ ਸੰਸਾਰ ਦੇ ਉੱਤੇ ਤੱਕਦੇ ਹਾਂ ਤੇ ਸਾਧ ਸੰਗਤ ਜੀ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਸਾਧ ਸੰਗਤ ਜੀ ਬਨਾਰਸ ਦੀ ਧਰਤੀ ਸਨਾਤਨ ਧਰਮ ਦਾ ਮੁੱਖ ਕੇਂਦਰ ਜਿੱਥੇ ਸਤਿਗੁਰਾਂ ਦਾ ਆਗਮਨ ਹੁੰਦਾ ਹੈ। ਤੇ ਸਾਧ ਸੰਗਤ ਜੀ ਜਿੱਥੇ ਮਨੁੱਖਤਾ ਨੂੰ ਲਤਾੜਿਆ ਗਿਆ ਹੈ ਤੇ ਸਭ ਤੋਂ ਵੱਧ ਅਤਿਆਚਾਰ ਜਿਵੇਂ ਅੱਡ ਔਰਤ 'ਤੇ ਹੋ ਰਿਹਾ ਹੈ ਤੇ ਇੱਥੋਂ ਤੱਕ ਜਦੋਂ ਪਤੀ ਮਰ ਜਾਂਦਾ ਨਾਲ ਔਰਤ ਨੂੰ ਸਤੀ ਹੋਣਾ ਪੈਂਦਾ ਹੈ। ਤੇ ਸਾਧ ਸੰਗਤ ਬਨਾਰਸ ਦੀ ਧਰਤੀ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਬਿੰਦ ਰੂਪ। ਧੰਨ ਸਤਿਗੁਰੂ ਅਰਜਨ ਦੇਵ ਜਿਹੜੇ ਕਹਿੰਦੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਪਾਤਸ਼ਾਹ ਬਚਨ ਕਰਦੇ ਨੇ ਰਵਿਦਾਸ ਜੀ ਨੇ ਪਰਮ ਪਿਤਾ ਪਰਮੇਸ਼ਰ ਨੂੰ ਧਿਆਇਆ ਹੈ। ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਬਿੰਦ ਰੂਪ ਬ੍ਰਹਮ ਰੂਪ ਬਣ ਬ੍ਰਹਮ ਗੁਰੂ ਦੇ ਪਦ ਨੂੰ ਪ੍ਰਾਪਤ ਹੋਏ। ਤੇ ਬਨਾਰਸ ਦੇ ਅੰਦਰ ਪੂਰੇ ਵਿਸ਼ਵ ਦੇ ਅੰਦਰ ਰੌਲਾ ਪੈ ਗਿਆ ਕਿ ਭਗਤ ਭਗਤ ਜਗ ਵੱਡਿਆ ਚੌਂ ਚੱਕਾਂ ਵਿੱਚ ਚਮਰੀਟਾ ਪਾਣਾ ਗੰਢੀ ਰਾਹ ਵਿੱਚ ਕੁੱਲਾ ਧਰਮ ਟੂਰ ਸਮੇਟਾ। ਜੋ ਕਰਮੀ ਮੈਲੇ ਤੀਥੜੇ ਹੀਰਾ ਲਾਲ ਅਮੂਲ ਪਲੇਟਾਂ ਚੌਂ ਵਰਨਾ ਉਪਦੇਸ਼ ਦਾ ਰਾਮ ਨਾਮ ਕਰ ਭਗ ਸੇਟਾ। ਪਰਮੇਸ਼ਰ ਦੀ ਸਿਮਰਨ ਦੀ ਬੰਦਗੀ ਦੀ ਗਿਆਨ ਦੇ ਵਿਚਾਰ ਉਪਦੇਸ਼ ਦਾ ਕਰਕੇ ਸੰਸਾਰ ਵਿੱਚੋਂ ਅਗਿਆਨਤਾ ਦਾ ਅੰਧੇਰਾ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰ ਰਹੇ ਨੇ। ਤੇ ਸਾਧ ਸੰਗਤ ਜਿੱਥੇ ਰਾਜੇ ਮਹਾਰਾਜੇ ਪੁੱਡੇ ਨੇ ਉੱਥੇ ਚਿਤੌੜਗੜ੍ਹ ਤੋਂ ਸਾਧ ਸੰਗਤ ਜੀ ਮਹਾਰਾਣਾ ਸੰਗਰਾਮ ਸਿੰਘ ਜੀ ਜਿਨ੍ਹਾਂ ਦੀ ਪਤਨੀ ਝਾਲਾਂ ਬਾਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਸੁਣਦੀ ਤੇ ਸਾਧ ਸੰਗਤ ਜੀ ਬਨਾਰਸ ਲਈ ਚਾਲੇ ਪਾਉਂਦੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ
ਨਾਮ ਅਮੂਲ ਕਾ ਰਤਨ ਹੈ ਪੂਰੇ ਸਤਿਗੁਰ ਪਾਸ। ਸਤਿਗੁਰੂ ਸੇਵੈ ਲੱਗਿਆਂ ਕੱਢ ਰਤਨ ਦੀਵੈ ਪਰਗਾਸ। ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਜਦੋਂ ਸਤਸੰਗ ਸਰਵਣ ਕੀਤਾ ਨੇ ਤੇ ਸਤਸੰਗ ਦੀ ਜੋ ਹਰ ਕੀ ਹਰ ਕਥਾ ਸੁਣਾ ਵੈ। ਅਨ ਦਿਨ ਫਿਰੋਂ ਤਿਸ ਪਿਛੈ ਵੈਰਾਗੀ। ਇੱਕ ਦਿਨ ਨਹੀਂ, ਕਈ ਦਿਨ ਸਤਿਗੁਰ ਦੀ ਸੰਗਤ ਕਰਕੇ ਸਤਸੰਗ ਦੀ ਮਨ ਦਰਵਿਆ ਗਿਆ ਹੈ ਤੇ ਅੱਜ ਸਤਿਗੁਰ ਦੀ ਚਰਨਾਂ ਵਿੱਚ ਅਰਜ਼ੋਈ ਕਰ ਦਿੱਤੀ ਤੇ ਨਾਮ ਦੀ ਦਾਤ, ਅਮਰ ਦੀ ਦਾਤ ਪ੍ਰਾਪਤ ਕੀਤੀ। ਤੇ ਸਤਸੰਗ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੂੰ ਕਹਿੰਦੇ ਚੁਗਲੀ ਖਾਧੀ, ਚੁਗਲ ਨੇ ਨਾ ਰਮਜ ਪਛਾਣੀ। ਅੱਜ ਰਮਜ ਨਹੀਂ ਸਮਝੀਏ ਤੇ ਚੁਗਲੀ ਕੀਤੀ ਕਿ ਬਾਦਸ਼ਾਹ ਮਹਾਰਾਣਾ ਸੰਗਰਾਮ ਜੀ ਤੁਹਾਡੀ ਧਰਮ ਪਤਨੀ ਝਾਲਾਂ ਬਾਈ ਸ਼ੂਦਰ ਰਵਿਦਾਸ ਨੂੰ ਗੁਰੂ ਬਣਾ ਕੇ ਆਈ। ਤੇ ਇਤਿਹਾਸ ਸਾਖੀ ਸਤਸੰਗ ਦੀ ਜਦੋਂ ਧਰਮ ਦੇ ਠੇਕੇਦਾਰਾਂ ਨੇ ਵਿਰੋਧ ਕੀਤਾ ਹੈ ਤੇ ਸਤਸੰਗ ਦੀ ਮਹਾਨ ਜੱਗ ਚਿਤੌੜਗੜ੍ਹ ਦੀ ਧਰਤੀ ਤੇ ਰੱਖਿਆ ਗਿਆ ਹੈ। ਤੇ ਸਤਸੰਗ ਦੀ ਬ੍ਰਹਮ ਗੁਰੂ, ਰਾਜਗੁਰੂ ਸਾਰੇ ਬੁਲਾਏ ਜਾਂਦੇ ਨੇ, ਸਤਿਗੁਰੂ ਦਾਸ ਜੀ ਆਉਂਦੇ ਨੇ। ਤੇ ਸਤਸੰਗ ਜਦੋਂ ਲੰਗਰ ਪ੍ਰਸਾਦ ਵਰਤਾਉਣ ਦੀ ਤਿਆਰੀ ਹੁੰਦੀ ਏ ਤੇ ਸਤਸੰਗ ਦੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਸਾਡੇ ਬਰਾਬਰ ਨਹੀਂ ਬਹਿ ਸਕਦੇ, ਤੁਸੀਂ ਇਕੱਲੇ ਬੈਠੋਗੇ ਤੇ ਅਸੀਂ ਪਹਿਲਾਂ ਪ੍ਰਸ਼ਾਦਾ ਛਕਾਂਗੇ। ਸਤਿਗੁਰਾਂ ਨੇ ਸਹਿਮਤੀ ਦਿੱਤੀ ਤੇ ਸਤਸੰਗ ਦੀ ਅਨ ਕਰੂਪ ਖਿੰਨਮੈ ਕੁਦਰਤ ਧਾਰਦਾ। ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਾਨ ਸਦੀਹਾ। ਤੇ ਸਤਸੰਗ ਦੀ ਕੌਤਕ ਵਰਤ ਗਿਆ ਏ। ਇੱਕ ਦੇ ਨਾਲ ਇੱਕ ਅਨੇਕਾਂ ਰੂਪ ਧਾਰ ਕੇ ਪਰ ਪਿਤਾ ਪਰਮੇਸ਼ਰ ਆਪਣੇ ਪਿਆਰਿਆਂ ਦੀ ਮਹਿਮਾ ਪ੍ਰਗਟ ਕਰ ਦਿੰਦੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਭਗਤ ਜਨਾ ਹਰ ਮਾਂ ਪਿਓ ਬੇਟਾ। ਮਾਤਾ ਪਿਤਾ ਆਪਣੇ ਪਿਤਾ ਦੀ, ਆਪਣੇ ਪੁੱਤਰਾਂ ਦੀ ਕਦੇ ਵੀ ਸਤਸੰਗ ਦੀ ਇੱਜ਼ਤ ਰੋਲਣ ਨਹੀਂ ਦਿੰਦੇ ਤੇ ਹਰ ਵੇਲੇ ਪੱਤ ਰੱਖਦੇ ਨੇ। ਤੇ ਸਤਸੰਗ ਦੀ ਅੱਜ ਆਪਾਂ ਦੇਖੀਏ ਤੇ ਸਤਸੰਗ ਦੀ ਪਿਤਾ ਨੂੰ ਤਾਂ ਕਲਾਵੇ ਚ ਲਈਏ, ਪਿਤਾ ਨੂੰ ਤਾਂ ਪ੍ਰਸਾਦੇ ਛਕਾਈਏ, ਅਨੇਕ ਤਰ੍ਹਾਂ ਦੀਆਂ ਸੇਵਾਵਾਂ ਦਈਏ, ਪਰ ਪੁੱਤ ਨੂੰ ਮੰਦਾ ਆਖੀਏ, ਕਦੇ ਪਿਤਾ ਖੁਸ਼ ਹੋ ਜਾਏਗਾ। ਇਸ ਲਈ ਭਗਤ ਜਨਾ ਹਰ ਮਾਂ ਪਿਓ ਬੇਟਾ। ਤੇ ਪਰਮੇਸ਼ਰ ਨੇ ਐਸੀ ਲੀਲਾ ਵਰਤਾਈ ਇੱਕ ਦੇ ਨਾਲ ਇੱਕ। ਤੇ ਸਤਸੰਗ ਜਦੋਂ ਹੈਨ ਬਿਰਲੇ ਸਿਆਣੇ ਮਹਾਂਪੁਰਸ਼ਾਂ ਨੇ ਤੱਕਿਆ ਤੇ ਕਹਿੰਦੇ ਇਹ ਤਾਂ ਆਚਰਜ ਕੌਤਕ ਵਰਤ ਗਿਆ ਹੈ। ਤੇ ਸਤਸੰਗ ਹੁਣ ਕਹਿੰਦੇ ਆਪਣੀ ਹਉਮੈ ਨੂੰ ਤਿਆਗ ਕਰਕੇ ਹੰਗਤਾ ਮਮਤਾ ਨੂੰ ਛੱਡ ਕੇ ਆਪਾਂ ਨੂੰ ਮੰਨ ਲੈਣਾ ਚਾਹੀਦਾ ਕਿ ਇਸ ਵੇਲੇ ਧਰਤੀ ਤੇ ਖੁਦ ਪਰਮੇਸ਼ਰ ਠਾਕਰ ਰਵਿਦਾਸ ਠਾਕਰ ਬਣਾਈ, ਉਹਨਾਂ ਦੀ ਸ਼ਰਨ ਲੈ ਕਰਕੇ ਗਿਆਨ ਦੇ ਭੰਡਾਰ ਨੂੰ ਲੈ ਲੈਣਾ ਚਾਹੀਦਾ ਹੈ, ਕੁਝ ਸਿੱਖ ਲੈਣਾ ਚਾਹੀਦਾ। ਤੇ ਸਤਸੰਗ ਦੀ ਇਤਿਹਾਸ ਸਾਖੀ ਰਾਜੇ ਮਹਾਰਾਜੇ ਰਾਜਗੁਰੂ ਤੇ ਸਤਸੰਗ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਤਿਆਗ ਕੇ ਆਵੇ ਪਰ ਪ੍ਰਧਾਨ ਕਰ ਰੰਡਾਓ ਤੇਰੇ ਨਾਮ ਸਰਨਾਏ ਰਵਿਦਾਸ ਦਾ ਸਾਨ ਦੱਸ। ਸਤਿਗੁਰੂ ਦੇ ਚਰਨਾਂ ਦੀ ਛਣ ਲੈਂਦੇ ਨੇ, ਸਮਾਂ ਬੀਤਦਾ ਏ। ਤੇ ਸਤਸੰਗ ਦੀ ਮਹਾਰਾਣਾ ਸੰਗਰਾਮ ਸਿੰਘ ਜੀ ਝਾਲਾਂ ਬਾਈ ਜਿਨ੍ਹਾਂ ਦੇ ਘਰ 3 ਪੁੱਤਰ ਨੇ। ਵੱਡੇ ਦਾ ਨਾਮ ਬਿਕਰਮ ਸਿੰਘ ਹੈ, ਉਹਨਾਂ ਤੋਂ ਛੋਟੇ ਦਾ ਨਾਮ ਭੋਜਰਾਜ ਹੈ ਤੇ ਸਭ ਤੋਂ ਛੋਟੇ ਦਾ ਨਾਮ ਰਤਨ ਸਿੰਘ ਹੈ। ਤੇ ਸਤਸੰਗ ਦੀ ਸਮਾਂ ਬੀਤਦਾ ਏ। ਇਤਿਹਾਸ ਦੱਸਦਾ ਏ ਕਿ ਇੱਕ ਰਾਜਿਆਂ ਦੀ ਲੜਾਈ ਹੁੰਦੀ ਜਿਹਦੇ ਅੰਦਰ ਸਤਸੰਗ ਦੀ ਅਨੇਕਾਂ ਯੁੱਧ ਹੁੰਦੇ ਨੇ, ਲੜਾਈਆਂ ਵੱਧਦੀਆਂ ਜਾਂਦੀਆਂ ਨੇ, ਦੁਸ਼ਮਣੀ ਵੱਧਦੀ ਜਾਂਦੀ ਹੈ। ਕਰੀਬ 5 ਸਾਲ ਬਾਅਦ ਰਾਜੇ ਭੋਜ ਦਾ ਭਾਵ ਝਾਲਾਂ ਬਾਈ ਮਹਾਰਾਣਾ ਸੰਗਰਾਮ ਸਿੰਘ ਜੀ ਆਪਣੇ ਪੁੱਤਰ ਦਾ ਵਿਆਹ ਰਾਜਾ ਰਤਨ ਸਿੰਘ ਦੀ ਪੁੱਤਰੀ ਮੀਰਾ ਬਾਈ ਨਾਲ ਕਰ ਦਿੰਦੇ ਨੇ, ਜਿਹੜੀ ਕ੍ਰਿਸ਼ਨ ਦੀ ਭਗਤ ਏ, ਸਦੀਵ ਕਾਲ ਕ੍ਰਿਸ਼ਨ ਨੂੰ ਆਰਾਧਦੀ ਹੈ। ਤੇ ਸਤਸੰਗ ਦੀ ਸ਼ਾਦੀ ਹੁੰਦੀ ਹੈ ਤੇ ਸਮਾਂ ਬੀਤਦਾ ਹੈ, ਬਹੁਤਾ ਸਮਾਂ ਨਹੀਂ ਲੰਘਦਾ। ਕਰੀਬ 5 ਸਾਲ ਤੋਂ ਬਾਅਦ ਜੋ ਰਾਜਿਆਂ ਦੀ ਦੁਸ਼ਮਣੀ ਹੈ, ਲੜਾਈ ਦੇ ਅੰਦਰ ਰਾਜਾ ਭੋਜ ਰਾਜ ਦੀ ਮ੍ਰਿਤੂ ਹੋ ਜਾਂਦੀ ਹੈ। ਤੇ ਸਤਸੰਗ ਦੀ ਰਾਣੀ ਮੀਰਾ ਬਾਈ ਤੇ ਝਾਲਾਂ ਬਾਈ ਸਤਿਗੁਰੂ ਦਾਸ ਮਹਾਰਾਜ ਚਰਨਾਂ ਦੀ ਸੰਗਤ ਕਰਦੀਆਂ ਨੇ। ਭਾਵੇਂ ਪਹਿਲਾਂ ਹਿਰਦੇ ਵਿੱਚ ਇੰਨਾ ਪ੍ਰੇਮ ਨਹੀਂ ਸਤਿਗੁਰੂ ਦਾਸ ਦੇ ਲਈ, ਪਰ ਜਦੋਂ ਸਿਰ ਦਾ ਸਾਈਂ ਮਾਲਕ ਵਿਛੋੜਾ ਦੇ ਗਿਆ,
ਉਹ ਸਮੇਂ ਦੀ ਪ੍ਰਥਾ ਜਿਹੜੀ ਹੈ ਸਤੀ ਪ੍ਰਥਾ ਉਹਨੂੰ ਵੀ ਤਲਾਂਜਲੀ ਦੇ ਦਿੱਤੀ, ਕਿਉਂਕਿ ਕਿਤੇ ਨਾ ਕਿਤੇ ਸਤਿਗੁਰੂ ਦਾਸ ਮਹਾਰਾਜ ਜੀ ਦੀ ਉਪਦੇਸ਼ ਦਾ ਮਿਹਰ ਦਾ ਪ੍ਰਭਾਵ ਹੈ। ਕਿਉਂਕਿ ਸਤਿਗੁਰੂ ਦਾਸ ਮਹਾਰਾਜ ਦੇ ਪਰਿਵਾਰ ਦੇ ਅੰਦਰ ਚਿਤੌੜਗੜ੍ਹ ਸਤਸੰਗ ਦੀ ਮਿਹਰਾਂ ਬਰਸਾਉਂਦੇ ਨੇ, ਮੀਂਹ ਬਰਸਾਉਂਦੇ ਨੇ, ਅਮਰ ਦੀ ਮਹਿਮਾ ਬਖਸ਼ਿਸ਼ ਕਰਦੇ ਨੇ। ਅਤੇ ਸਾਧ ਸੰਗਤ ਜੀ ਅੱਜ ਹਿਰਦੇ ਦਾ ਬੈਰਾਗ ਪੈਦਾ ਹੋਇਆ ਅਤੇ ਬਨਾਰ ਦੀ ਧਰਤੀ ਸਾਧ ਸੰਗਤ ਜੀ ਮੈਦਾਗਣ ਚੌਂਕ ਅਤੇ ਸਾਧ ਸੰਗਤ ਜੀ ਉਹ ਮੀਰਾਂ ਬਾਈ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਇੱਕ ਦਿਨ ਨਹੀਂ ਕਈ ਦਿਨ ਸਤਿਗੁਰੂ ਦੇ ਚਰਨਾਂ ਦੀ ਸੰਗਤ ਕੀਤੀ ਅਤੇ ਸਾਧ ਸੰਗਤ ਜੀ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕੀ ਪ੍ਰਪਾਸ ਬਿਨੰਤੀ ਤੇਰੇ ਜਨ ਦੇਖਣ ਪਾਵਾਂ ਪੀਏ ਤਾਂ ਪਾਣੀ ਆਣੀ ਮੀਰਾਂ ਖਾਹੇ ਤਾਂ ਪੀਸਣ ਜਾ। ਸਤਿਗੁਰਾਂ ਦੇ ਲਈ ਜਲ ਦੀ ਸੇਵਾ, ਪੀਏ ਤਾਂ ਪਾਣੀ ਆਣੀ ਮੀਰਾਂ, ਆਪ ਲੰਗਰ ਤਿਆਰ ਕਰਨਾ। ਸਾਧ ਸੰਗਤ ਜੀ ਖਾਹੇ ਤਾਂ ਪੀਸਣ ਜਾਊ ਪੱਖਾ ਫੇਰੀ ਪਾਣੀ ਢੋਵਾਂ ਜਪ ਤਰ੍ਹਾਂ ਤੇਰਾ ਨਾਮ। ਪਰਮੇਸ਼ਰ ਦੀ ਬੰਦਗੀ ਦੇ ਅੰਦਰ ਐਸੀ ਰੂਹ ਲੁੱਗੀ ਅਤੇ ਸਤਿਗੁਰ ਦੇ ਚਰਨਾਂ ਵਿੱਚੋਂ ਸਾਧ ਸੰਗਤ ਦੀ ਦੀਵਾਨੀ ਮਸਤਾਨੀ ਬੇਨਤੀ ਕਰਦੀ, ਪਾਤਸ਼ਾਹ ਮੈਨੂੰ ਵੀ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ। ਅਤੇ ਸਤਿਗੁਰਾਂ ਨੇ ਜਦੋਂ ਤੁੱਠ ਕੇ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਸਾਧ ਸੰਗਤ ਦੀ ਹਿਰਦੇ ਦੇ ਕਵਾੜ ਖੋਲ੍ਹੇ ਨੇ ਅਤੇ ਦੁਨੀਆ 'ਤੇ ਫਿਰ ਗੱਲ ਗੁੱਝੀ ਨਹੀਂ ਰਹੀ। ਅਤੇ ਸਾਧ ਸੰਗਤ ਜੀ ਤਿੰਨਾਂ ਲੋਕਾਂ ਦੀ ਜਦੋਂ ਤਰਲੋਕੀ ਦੇ ਦਰਸ਼ਨ ਹੋਏ ਨੇ, ਹਿਰਦੇ ਤੋਂ ਕਹਿ ਦਿੱਤਾ ਏ, ਗੁਰੂ ਰਵਿਦਾਸ ਮਿਲੇ ਗੁਰ ਪੂਰੇ, ਮੈਂ ਗੁਰੂ ਮਿਲਿਆ ਰਵਿਦਾਸ, ਦੀਨੀ ਗਿਆਨ ਕੀ ਗੁਟ ਕੇ। ਐਸਾ ਗਿਆਨ ਸਾਧ ਸੰਗਤ ਦੀ ਇਤਿਹਾਸ ਸਾਖੀ ਜਦੋਂ ਚਿਤੌੜਗੜ੍ਹ ਦੀ ਧਰਤੀ 'ਤੇ ਆਉਂਦੇ ਨੇ ਅਤੇ ਸਾਧ ਸੰਗਤ ਪਰਿਵਾਰ ਵਿਰੋਧ ਕਰਦਾ ਏ ਅਤੇ ਸਾਧ ਸੰਗਤ ਜੀ ਸਮਾਂ ਬੀਤਦਾ ਜਾਂਦਾ ਏ, ਝਾਲਾਂ ਬਾਈ ਵੀ ਸਰੀਰਕ ਤੌਰ 'ਤੇ ਵਿਛੋੜਾ ਦੇ ਜਾਂਦੀ ਏ ਅਤੇ ਸਾਧ ਸੰਗਤ ਦੀ ਜਿਹਦਾ ਆਸ਼ੀਰਵਾਦ ਸੀ ਮਾਂ ਦਾ ਅਤੇ ਸਾਧ ਸੰਗਤ ਦੀ ਫਿਰ ਜੇਠ ਬਿਕਰਮ ਸਿੰਘ ਅਤੇ ਦਿਓਰ ਰਤਨ ਸਿੰਘ ਜੀ ਮੀਰਾਂ ਬਾਈ ਨੂੰ ਮਾਰਨਾ ਚਾਹੁੰਦੇ ਨੇ। ਇਤਿਹਾਸ ਸਾਖੀ ਇੱਕ ਵਾਰ ਨਹੀਂ, ਜ਼ਹਿਰ ਦਾ ਪਿਆਲਾ ਅੰਮ੍ਰਿਤ ਦਾ ਬਹਾਨਾ ਦੇ ਕੇ ਦਿੱਤਾ ਜਾਂਦਾ ਹੈ। ਜ਼ਹਿਰੀਲਾ ਨਾਗ ਅਤੇ ਤਲਵਾਰ ਦੇ ਢਾਲਾਂ ਦੀਆਂ ਵਾਰਾਂ ਕੀਤੀਆਂ ਜਾਂਦੀਆਂ ਨੇ, ਪਰ ਉੱਥੇ ਮੇਰੇ ਗੁਰਦੇਵ ਕਹਿੰਦੇ ਨੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋਂ ਮਾਰ ਨਾ ਸਾਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋਂ ਮਾਰ ਨਾ ਸਾਕੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ। ਜੀ ਕੇ ਏਕਾ ਹੀ ਪੈਮਾਨੀ। ਜੀ ਕੇ ਏਕਾ ਹੀ ਪੈਮਾਨੀ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨਾ ਮਾਰ ਨਾ ਸਾਕੈ ਕੋਈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨਾ ਮਾਰ ਨਾ ਸਾਕੈ ਕੋਈ। ਅਤੇ ਸਾਧ ਸੰਗਤ ਅੱਜ ਤੋਂ 400 ਸਾਲ ਪਹਿਲਾਂ ਵਿਚਾਰਨਾ ਪਵੇਗਾ ਉਹ ਕਿਹੜੀ ਸ਼ਕਤੀ ਸੀ ਜਿਹੜੀ ਰੱਖਿਆ ਕਰਦੀ ਹੈ ਅਤੇ ਮਾਫ਼ ਕਰਨਾ ਅੱਜ ਤਬਾਹੀ ਮੱਚਦੀ ਹੈ। ਅਤੇ ਉਹ ਕਿਹੜੀ ਸ਼ਕਤੀ ਸੀ, ਕਿਹੜੀ ਪਾਵਰ ਸੀ, ਉਸੇ ਨੂੰ ਪਾਤਸ਼ਾਹ ਕਹਿੰਦੇ ਹਨ ਧੰਨ ਗੁਰੂ ਅਰਜਨ ਦੇਵ ਜੀ। ਰਵਿਦਾਸ ਧਿਆਈ ਪ੍ਰਭ ਅਨੂ ਗੁਰ ਨਾਨਕ ਦੇਵ। ਗੋਬਿੰਦ ਰੂਪ ਉਤੇ ਗੋਬਿੰਦ ਦਾ ਹੀ ਰੂਪ ਨਹੀਂ। ਰਵਿਦਾਸ ਠਾਕੁਰ ਵਣ ਆਏ। ਰਵਿਦਾਸ ਠਾਕੁਰ ਵਣ ਆਏ। ਭਲੂ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਏ। ਉੱਚ ਤੇ ਉੱਚ ਨਾਮ ਦਿਓ ਸਮੰਦਰ ਸੀ। ਰਵਿਦਾਸ ਠਾਕੁਰ ਵਣ ਆਏ। ਰਵਿਦਾਸ ਠਾਕੁਰ ਵਣ ਆਏ। ਐਸੀ ਪ੍ਰੇਤ ਬਣੀਏ ਪਰਮੇਸ਼ਰ ਪਰਮਾਤਮਾ ਠਾਕੁਰ ਦੇ ਨਾਲ ਅੱਜ ਪਰਮੇਸ਼ਰ ਦਾ ਰੂਪ ਹੋ ਕੇ ਪ੍ਰਗਟ। ਇਤਿਹਾਸ ਸਾਖੀ ਅੱਜ ਤੱਕ ਸਾਧ ਸੰਗਤ ਜੀ ਉਹ ਸਮਾਂ 400 ਸਾਲ ਪਹਿਲਾਂ ਜਦੋਂ ਬੰਦੇ ਨੂੰ ਬੰਦਾ ਨਹੀਂ ਬਰਾਬਰ ਸਮਝਦਾ, ਉਦੋਂ ਇੱਕ ਔਰਤ ਨੂੰ ਸਾਧ ਸੰਗਤ ਜੀ ਸੰਤ ਦੇ ਰੂਪ ਅੰਦਰ ਪ੍ਰਗਟ ਕਰ ਦੇਣਾ। ਅਤੇ ਗੁਰੂ ਸਿੱਖ ਗੁਰੂ ਅੱਜ ਨਹੀਂ ਸਾਧ ਸੰਗਤ ਦੀ ਬਰਾਬਰਤਾ ਦਾ ਹੱਕ। ਅਤੇ 400 ਸਾਲ ਪਹਿਲਾਂ ਉਹ ਸਾਧ ਸੰਗਤ ਮੀਰਾਂ ਬਾਈ ਜੀ ਦੇ ਹਿਰਦੇ ਤੋਂ ਬਾਣੀ ਦਾ ਪ੍ਰਵਾਹ ਚੱਲ ਪਿਆ। ਅੱਜ ਸੰਤ ਮੀਰਾਂ ਬਾਈ ਦੇ ਨਾਂ ਦੇ ਨਾਲ ਦੁਨੀਆ ਨਮਸਕਾਰਾਂ ਕਰਦੀ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਪ੍ਰਭ ਮਿਲਵੇ ਕੋ ਪ੍ਰੇਤ ਮਨ ਲਾਗੀ।
पाई लगो मोह करो बेनंती को संत मिलै वड भागी मन अर्पों तन राखो आगे मन की मत मोह सगल त्यागी मन की मत मोह सगल त्यागी जो हर की हर कथा सुनावै आनंदन फिरों तिस पिछै बैरागी पूर्व कर्म अंकुर जब प्रगटे जिंदगी ਦੇ ਕੀਤੀ ਹੋਈ ਮਿਹਨਤ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ पूर्व कर्म अंकुर जब प्रगटे भेटिओ पुरख रस कवै रागे परमेश्वर ਦੀ ਅੰਮ੍ਰਿਤ ਰਸ ਦੀ ਮਿਹਰਾਂ ਦੀ ਦਾਤਿਆਂ ਦੀ ਮਿਲਾਪ ਹੋ ਜਾਂਦਾ ਹੈ भेटिओ पुरख रस कवै रागे मिटिओ अंधेर अज्ञानता ਦਾ अंधेरा खत्म हो गया मिलत हर नानक जन्म जन्म की सोई जागी सुती हुई सुरती जागे अज सुरती जे लगी ते पातशाह ने बचन कहता जिस का तन मन तन सब तिस का सोई सुगड़ सुजानी तिन्ही सुनिया दुख सुख मेरा उही परमेश्वर सुनदा है जिन्हें ये तन ते मन दिता है धन भी उसी दी मेहर है जिसका तन मन धन सब तिसका सोई सुगड़ सुजानी तिन्ही सुनिया दुख सुख मेरा तो बिदनी की खटानी उसी ने दुख सुख सुनिया है ताइयों गुरमत समझ अकल बख्शिश प्राप्त होई है जिसनों पातशाह कहते समझ समझ के समझ बनती इसलिए जे कि एक ही पैमानी जीव की बेनती एक परम पिता परमेश्वर के चरणों में ही मनी जाती है अवर जतन कर रहा है बहुत तेरे तेन तिल नहीं कीमत जानी बड़ी दुनिया जतन कर दी है पर सफल तो जो होंदा है जिहदा सतगुर के चरणों में निवास होंदा है तो सह बचन करते हैं अमृत नाम निर्मोलक हीरा गुर दीनो मनतानी गुरां ने नाम रूपी अमृत अमोलक हीरा बख्शिश किया है तो जदों दा प्राप्त होया डिगया ना डोले मन डिगदा नहीं डोलदा नहीं पूर्ण होए त्रिपतानी रज गया है ते पातशाह कहंदे ने ओए जो बीच हम तुप कछ होते जेड़े रुकावट पाउंदे सी मेर तेर हौमे हंगता ममता बेकार सन बंधन सन शांके सन भरम सन उन्हां दी तां गल्ले ही खत्म हो गई ओए जो बीच हम तुम कछ होते तिनकी बात बिलानी बिले लग गई ये गल अलंकार मिल थैली हुई जिमें गहणियां नूं ढाल के सुनियार जिहड़ा खोट कढ़ दिंदा है केवल सोना बचदा इवें गुरु शब्द सदका बेकारां दा भरमां दा शांकियां दा बंधनां नूं कट के परमेश्वर दे चरनां नाल जोड़ दिंदा है इसलिए साहब कहंदे ने अलंकार मिल थैली हुई है तां ते कनक बखानी हुण ते प्रगटे जोत प्रगटे जोत सहज सुख शोभा सहज अवस्था ते दुनिया मां शोभा कर दिए सत्कार कर दिए मान कर दिए हर मन तन वसिया सोई जय जयकार करे सब कोई तू भारो स्वामी मेरा संतां परवासा तेरा जिसनों बख्श लाए मेरे प्यारे सो जस तेरा गावे जन नानक प्रभ सरनाई मुख निंदक के शायद दुनिया के अंदर निंदक भी ने कहते किथे इतने हर वेले गुरु घरी तुरे रहते हैं तो उन्होंने ते अंत नूं मुख ते पातशाह कहते सुहा पैंदी लाहनतां पै इसलिए सह बचन करते हैं प्रगटे जोत सहज सुख शोभा बाढ़ अनहत वाणी हुण ते अनहद वाजे बजदे ने सुध हो सुध बुध हो बुध सतनाम वाहिगुरू तो सत्संग दी प्रगटे जोत सहज सुख शोभा बाढ़ अनहत वाणी कहो नानक निश्चल कर वांदे हुण ते टिकाणा मिल गया निश्चल स्वरूप घर दे अंदर थां मिल गई गुर कीओ बंधानी परे गुरु की कृपा सदका इसलिए सत्संग दी गुर बिन घोर अंधार गुरु बिन समझ न आवे गुरु की कृपा सत्संग की गुर कृपा जे नरक औके नेता ये जुगत पछानी इसलिए सतगुरु कृपा करना आपां भी अड करोना महामारी फैली हुई संसार ते ये मनुखा जन्म मिलिया अमोलक स्वासां रूपी पूंदी ते सत्संग दी हर जपदे आख्या न ढिल ना कीद्या मेरी जिंदड़ी मत जप ऐसा आवे कि ना आवे ते हर परमेश्वर नूं जपदियां सिमरदियां सेवा लई पातशाह कहंदे ने एक पल भी देरी ना करी कबीर कल करंता अब करता सोए ताल पाछे कछु ना होएगा जो सब कर आवे काल इसलिए सत्संग दी सवास सवास परमेश्वर का सिमरन करिए सेवा करके जीवन के लाहे लईए हुइयां भुलन दी खिमा करिए अरदास दुखिया दर्द वंद दर आया बहुत प्यास जवाब ना पाया कह रविदास शरण प्रभ तेरी ज्यों जानो त्यों कर गत मेरी हुइयां भुलन दी खिमा जय गुरदीप धन गुरदीप जय सतगुरु रविदास जी धन सतगुरु रविदास जी वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।